ਗੁਰਮੀਤ ਕੌਰ ਲੇਡੀਜ਼ ਏ। ਇਸ ਦੇ ਪਹਿਲਾਂ 3-4 ਥਾਵਾਂ ਤੇ ਵਿਆਹ ਹੋ ਚੁੱਕੇ ਆ ਜੀ। ਨਹੀਂ ਜੀ, ਵਿਆਹ ਨਹੀਂ ਹੋਇਆ ਸੀਗਾ, ਮੇਰੀ ਇੰਗੇਜਮੈਂਟ ਹੋਈ ਸੀਗੀ। ਬਹੁਤ ਵੱਡਾ ਹਰਿਆਣੇ ਦਾ ਸੈਕਸ ਰੌਕਟ ਗਰੋਹ ਹੈ। ਤੈਨੂੰ 7 ਸਾਲਾਂ ਬਾਅਦ ਯਾਦ ਆ ਗਿਆ ਮੇਰੇ ਚਾਲ ਚੱਲਣ ਠੀਕ ਨਹੀਂ ਹੈਗੇ। ਮੈਨੂੰ ਹੁਣ 5 ਲੱਖ ਦੀ ਡਿਮਾਂਡ ਕੀਤੀ ਗਈ। ਕੋਈ ਰਿਕਾਰਡਿੰਗ ਮੈਂ ਇਹਨਾਂ ਕੋਲ 5 ਲੱਖ ਮੰਗ ਰਹੀ ਹਾਂ, ਕੋਈ ਲਿਖਤ ਪ੍ਰੂਫ, ਕੋਈ ਸਮਾਨ ਚੋਰੀ ਹੋਇਆ ਜਿੰਦੇ ਵਿੱਚ ਇੱਕ ਮੇਰੀ 골ਡ ਦੀ ਚੈਨ। ਮੈਨੂੰ ਹਫਤੇ ਬਾਅਦ ਯਾਦ ਆਇਆ ਮੈਂ ਘਰੋਂ ਚੋਰੀ ਦਾ ਸਮਾਨ ਚੱਕ ਕੇ ਲੈ ਗਈਆਂ। ਸਰ ਮੇਰਾ ਨਾਮ ਬਲਵਿੰਦਰ ਸਿੰਘ ਹੈ ਜੀ, ਔਰ ਮੈਂ ਇਸ ਦਾ ਬਹੁਤ ਧੰਨਵਾਦ ਕਰਦਾ ਜਿਹੜਾ ਮੇਰਾ ਪੱਖ ਸੁਣਨ ਵਾਸਤੇ ਆਏ ਆ। ਕੱਲ ਉਸ ਲੇਡੀਜ਼ ਦੇ ਸਬੰਧ 'ਚ ਜੋ ਲੇਡੀਜ਼ ਗੁਰਮੀਤ ਕੌਰ ਹੈ ਉਹਨੇ ਇੱਥੇ ਇਸੇ ਜਗ੍ਹਾ ਤੇ ਬਹੁਤ ਜ਼ਿਆਦਾ ਹੰਗਾਮਾ ਕਰਿਆ ਗਿਆ ਸੀਗਾ ਜੀ। ਲੇਡੀਜ਼ ਗੁਰਮੀਤ ਕੌਰ ਨਾਲ ਅੱਜ ਤੋਂ ਲਗਭਗ 7 ਸਾਲ ਪਹਿਲਾਂ ਮੇਰੇ ਇੱਕ ਜਿਵੇਂ ਲਵ ਮੈਰਿਜ ਕਹਿ ਦਈਏ ਜੀ, ਅਸੀਂ ਆਪਸੀ ਸਹਿਮਤੀ ਨਾਲ ਰਹਿ ਰਹੇ ਸੀਗੇ ਜੀ, ਔਰ ਸਾਡੇ 'ਚ 2 ਬੱਚੇ ਸੀਗੇ ਜੀ। ਔਰ ਸਰ ਮੈਨੂੰ ਪਿਛਲੇ 1 ਸਾਲ ਤੋਂ ਬਲੈਕਮੇਲ ਕਰਿਆ ਜਾ ਰਿਹਾ, ਜਿੰਦੇ ਵਿੱਚ ਮੈਨੂੰ ਪੈਸੇ ਦੀ ਡਿਮਾਂਡ ਔਰ ਪਲਾਟ ਦੀ ਡਿਮਾਂਡ। ਕੁਛ ਇਹਨਾਂ ਦੇ ਇੱਥੇ ਰਿਸ਼ਤੇਦਾਰ ਰਹਿ ਰਹੇ ਜੀ ਹਾਜੀ ਰਤਨ ਚੌਕ ਤੇ ਇਹਨਾਂ ਦੇ ਰਿਸ਼ਤੇਦਾਰ ਰਹਿ ਰਹੇ ਆ, ਜਿੰਦਾ ਇਹਦੇ ਮਾਮੇ ਦੀ ਬੇਟੀ ਦਾ ਨਾਂ ਖੁਸ਼ੀ ਗੋਇਲ ਹੈ, ਔਰ ਉਹਦਾ ਹਸਬੈਂਡ ਦਾ ਨਾਂ ਤਰਸੇਮ ਗੋਇਲ ਹੈ, ਜਿਨ੍ਹਾਂ ਦਾ ਪਿਛਲਾ ਪਿਛੋਕੜ ਹੀ ਬਲੈਕਮੇਲਿੰਗ ਦਾ ਕੰਮ ਕਰਨਾ। ਮੇਰੇ ਕੋਲ ਇਹਨਾਂ ਦੇ ਕੋਰਟ ਕੇਸ ਦੇ ਜਿਹੜੀਆਂ ਕਾਪੀਆਂ ਸਾਰੀਆਂ ਮੇਰੇ ਕੋਲ ਪਈਆਂ ਹੋਈਆਂ ਸਰ, ਜਿਨ੍ਹਾਂ ਦਾ ਪਿਛਲਾ ਕਈ ਸਾਲਾਂ ਤੋਂ ਬਲੈਕਮੇਲਿੰਗ ਦਾ ਧੰਦਾ ਰਿਹਾ, ਔਰ ਉੱਥੇ ਹੁਣ ਕੋਈ ਇਹਨਾਂ ਦੀ ਸੁਣਵਾਈ ਨਹੀਂ ਹੁੰਦੀ, ਕੋਈ ਗੱਲਬਾਤ ਨਹੀਂ ਹੁੰਦੀ। ਇਹਨਾਂ ਨੇ ਬਠਿੰਡੇ ਸ਼ਹਿਰ ਦੇ ਵਿੱਚ ਨਵੇਂ ਬੰਦਿਆਂ, ਨਵੀਂ ਥਾਂ ਤੇ ਨਵੀਂ ਜਗ੍ਹਾ ਤੇ ਸਾਰਿਆਂ ਨੂੰ ਟਾਰਗੇਟ ਕਰਨਾ ਸ਼ੁਰੂ ਕਰ ਦਿੱਤਾ। ਇੱਥੋਂ ਤੱਕ ਕਿ ਪ੍ਰਸ਼ਾਸਨ ਦੇ ਵੀ ਨੱਕ 'ਚ ਦਮ ਕਰ ਰੱਖਿਆ ਜੀ। ਮੇਰੇ ਤੇ 15-20 ਦਰਖਾਸਤਾਂ ਜਿਹੜੀਆਂ ਇਸ ਤੋਂ ਪਹਿਲਾਂ ਦਿੱਤੀਆਂ ਗਈਆਂ, ਸਦਰ ਥਾਣੇ ਤੋਂ, ਮਹਿਲਾ ਥਾਣਾ, ਮਹਿਲੇ ਥਾਣੇ ਤੋਂ, ਸਾਈਬਰ ਮੈਡਮ ਦੇ DSP ਮੈਡਮ ਦੇ, DSP ਆਰ ਸਰ ਦੇ, SSP ਸਰ ਦੇ, ਜਿਹੜੀਆਂ ਦਰਖਾਸਤਾਂ ਦੀ ਬਿਲਕੁਲ ਮੁਕੰਮਲ ਤਫਤੀਸ਼ ਕਰਕੇ ਉੱਚ ਅਧਿਕਾਰੀਆਂ ਨੇ ਧਿਆਨ 'ਚ ਸੀ ਸਾਰੀ ਗੱਲ। ਉਸ ਤੋਂ ਬਾਅਦ ਉਹ ਦਰਖਾਸਤਾਂ ਕੁਝ ਦਾਖਲ ਦਫ਼ਤਰ ਹੋ ਚੁੱਕੀਆਂ, 1-2 ਦਰਖਾਸਤਾਂ ਰਹਿੰਦੀਆਂ ਜੀ, ਉਹ 2 ਦਿਨਾਂ ਤੱਕ ਦਾਖਲ ਦਫ਼ਤਰ ਹੋ ਜਾਣਗੀਆਂ। ਮੇਰੀ RTI ਪਾਈ ਹੋਈ ਸਰ, ਉਹ ਜਿਹੜੇ ਮੇਰੇ ਪ੍ਰੂਫ ਮੇਰੇ ਕੋਲ ਪਏ ਵੀ ਹੈ ਪ੍ਰੈਜੈਂਟ, ਔਰ 2 ਦਿਨਾਂ ਬਾਅਦ ਹੋਰ ਵੀ ਦੇ ਦੂੰਗਾ ਜੀ। ਜਿਹੜੀ ਉਹ ਕੁੜੀ ਆ ਪੁਲਿਸ ਮੁਲਾਜ਼ਮ ਜੀ ਉਹਦੇ ਵੀ ਤੁਹਾਡੇ ਨਾਲ ਸੰਬੰਧ ਹੋਣ ਦੇ ਇਲਜ਼ਾਮ ਲਾਏ ਸਰ, ਉਹ ਮੈਂ ਦੱਸਣਾ ਚਾਹਣਾ। ਜਿਹੜੇ ਪੁਲਿਸ ਮੁਲਾਜ਼ਮ ਮੈਡਮ ਹੈ ਅਮਨਦੀਪ ਕੌਰ ਹੈ ਜੀ, ਉਹਨਾਂ ਦਾ ਨਾਂ, ਉਹ ਪੰਜਾਬ ਪੁਲਿਸ 'ਚ ਨੇ। ਉਹਨਾਂ ਦਾ ਮੇਰੇ ਨਾਲ ਕੋਈ ਇਹੋ ਜਿਹਾ ਸੰਬੰਧ ਨਹੀਂਗਾ। ਇੱਕ ਇਨੋਵਾ ਗੱਡੀ ਸੀ ਸਰ, ਜਿਹੜੀ ਮੈਂ ਉਹਨਾਂ ਨੂੰ ਵੇਚੀ ਸੀਗੀ। ਉਹਨਾਂ ਦੇ ਕੋਈ ਰਿਸ਼ਤੇਦਾਰ ਆ, ਉਹ ਖਰੀਦ ਵੇਚ ਦਾ ਕੰਮ ਕਰਦੇ ਆ, ਉਹਨਾਂ ਨੂੰ ਇਨੋਵਾ ਗੱਡੀ ਵੇਚ ਦਿੱਤੀ ਗਈ ਸੀ। ਉਹਨਾਂ ਕੋਲੋਂ ਲਿਖਤੀ ਪੜਤੀ ਹੋ ਕੇ ਬਾਕੀ ਬਕਾਇਆ ਪੇਮੈਂਟ ਸਾਰੀ ਲੈ ਲਈ ਸੀਗੀ ਜੀ। ਠੀਕ ਹੈ, ਪਹਿਲਾਂ ਗਹਿਣਾਨਾਮਾ ਲਿਖਾਇਆ ਗਿਆ ਸੀਗਾ, ਕੁਛ ਮਹੀਨਿਆਂ ਦਾ ਟਾਈਮ ਪਾਇਆ ਗਿਆ ਸੀ, ਉਹ ਗੱਲ ਤੇ ਪੂਰੇ ਨਹੀਂ ਹੋ ਸਕੇ। ਉਸ ਸੰਬੰਧ 'ਚ ਮੈਂ ਕੁਛ ਆਪਦੇ ਰਿਸ਼ਤੇਦਾਰਾਂ ਤੋਂ, ਕੁਛ ਭੈਣਾਂ ਭਰਾਵਾਂ ਤੋਂ ਐਂ ਕਰਕੇ ਪੈਸੇ ਫੜ ਕੇ ਕੁਛ ਬਕਾਇਆ ਪੇਮੈਂਟ ਰਹਿੰਦੀ ਉਹ ਦੇਣੀ ਹੈ। ਹੋਰ ਉਹਨਾਂ ਨਾਲ ਮੇਰਾ ਕੋਈ ਲੈਣਾ ਦੇਣਾ ਨਹੀਂਗਾ ਜੀ, ਹੋਰ ਕੋਈ ਸੰਬੰਧ ਨਹੀਂਗਾ ਜੀ। ਇਹ ਬਿਲਕੁਲ ਝੂਠੇ ਬੇਬੁਨਿਆਦ ਮੇਰੇ ਤੇ ਇਲਜ਼ਾਮ ਔਰ ਉਹਨਾਂ ਤੇ ਲਾਏ ਗਏ ਆ। ਉਹ ਵਧੀਆ ਆਪਦੇ ਪੰਜਾਬ ਪੁਲਿਸ ਦੇ ਬਹੁਤ ਵਧੀਆ ਅਫਸਰ ਨੇ, ਆਪਦਾ ਵਧੀਆ ਉਹ ਡਿਊਟੀ ਕਰ ਰਹੇ ਆ। ਮੇਰਾ ਉਹਨਾਂ ਨਾਲ ਕੋਈ ਲੈਣਾ ਦੇਣਾ ਨਹੀਂ ਜੀ। ਜਿਹੜੀ ਤੁਸੀਂ ਉਹ ਘਟਨਾ ਦੀ ਗੱਲ ਕਰਦੇ ਸੀ, ਕਾਫੀ ਬੰਦੇ ਤੇ FIR ਜੀ, ਇਹਨਾਂ ਦਾ ਪਿਛੋਕੜ ਸਿਕੰਦਰਪੁਰ ਪਿੰਡ ਤੋਂ ਹੈ ਜੀ, ਔਰ ਇਹਨਾਂ ਦਾ ਮਾਂ ਬੇਟੀਆਂ ਦਾ, ਇਹਨਾਂ ਦੇ ਰਿਸ਼ਤੇਦਾਰ ਜੋ ਇੱਥੇ ਰਹਿ ਰਹੇ ਆ, ਇਹਨਾਂ ਦਾ ਕੰਮ ਹੀ ਇਹ ਆ ਸਰ। ਕੋਰਟ ਕੇਸ ਦੇ ਵਿੱਚ ਇਹਨਾਂ ਦੇ ਕਈ ਮੁਕੱਦਮੇ ਚੱਲ ਰਹੇ ਆ, 15 ਤੋਂ 20 ਮੁਕੱਦਮੇ ਚੱਲ ਰਹੇ ਆ। ਜੋ ਗੁਰਮੀਤ ਕੌਰ ਲੇਡੀਜ਼ ਏ, ਇਸ ਦੇ ਪਹਿਲਾਂ 3-4 ਥਾਵਾਂ ਤੇ ਵਿਆਹ ਹੋ ਚੁੱਕੇ ਆ ਜੀ, ਜਿਨ੍ਹਾਂ ਦੇ ਮੇਰੇ ਕੋਲ ਬਾਈ ਰਿਕਾਰਡ ਪਿਆ ਹੋਇਆ ਸਾਰਾ ਕੁਝ ਜੀ। ਬਿੰਦਰ ਨਾਂ ਦਾ ਇੱਕ ਵਿਅਕਤੀ ਸੀ, ਉਹਦੇ ਤੋਂ ਵੀ ਪਹਿਲਾਂ ਇਹਨਾਂ ਨੇ, ਜਿਹਦੇ ਨਾਲ ਇਹਦੀ ਮੈਰਿਜ ਹੋਈ ਵੀ ਆ, ਉਹਨਾਂ ਤੋਂ ਵੀ ਪੈਸੇ ਦੀ ਬਹੁਤ ਜ਼ਿਆਦਾ ਡਿਮਾਂਡ ਕਰੀ ਗਈ। ਕੋਈ ਦਹੇਜ ਦੇ ਕੇਸ ਪਾ ਕੇ, ਕੁਝ ਹੋਰ ਪਾ ਕੇ, ਉਹਨਾਂ ਤੋਂ ਵੀ ਇਹਨਾਂ ਨੇ ਘੱਟੋ ਘੱਟ ਵੀ ਲਗਭਗ 20 ਲੱਖ ਦੇ ਨੇੜੇ ਪਹਿਲਾਂ ਲੈ ਚੁੱਕੇ ਆ। ਠੀਕ ਹੈ ਜੀ, ਉਹਨਾਂ ਨੇ ਵੀ ਮੈਨੂੰ ਆਪਦਾ ਰਿਕਾਰਡ ਦਿੱਤਾ। ਉਹਨਾਂ ਅੱਗੇ ਵੀ ਰਿਕਵੈਸਟ ਕਰੀ ਸੀ। ਕੋਰਟ ਕੇਸ ਦੇ ਵਿੱਚ ਜਿਹੜੇ ਪ੍ਰੈਜ਼ੈਂਟ ਕੇਸ ਚੱਲ ਰਹੇ ਇਹਦੇ ਖੁਦ ਦੇ ਚਾਚਾ ਜੀ ਤੇ, ਜਿੰਦਾ ਨਾਂ ਅਜੀਤ ਸਿੰਘ ਜੀਤਾ, ਸਿਕੰਦਰਪੁਰ ਤੋਂ ਹੀ ਨੇ। ਖੁਦ ਦੇ ਚਾਚੇ ਦੇ ਉੱਪਰ 376 ਦੇ ਮੁਕੱਦਮੇ, 15 ਬੰਦਿਆਂ ਦੇ ਉੱਪਰ FRI ਕਰਵਾਈ ਗਈ ਹੈ, ਜਿਹੜਾ ਕਿ 323-24 ਦਾ ਮੁਕੱਦਮਾ ਸੀ।
ਬਾਅਦ ਵਿੱਚ ਇਹਨਾਂ ਨੇ ਉਹ ਐਡ ਕਰਵਾ ਕੇ ਬਲਾਤਕਾਰ ਕਰਵਾ ਕੇ ਸਿਸਟਮ ਬਣਾ ਕੇ ਮਿਲੀ ਭੁਗਤ ਕਰਕੇ 376 ਵਿੱਚ ਐਡ ਕਰਵਾਈ ਗਈ ਹੈ। ਬਿਲਕੁਲ ਝੂਠਾ ਮੁਕੱਦਮਾ ਜੀ। ਉਹਦੇ ਵਿੱਚ 15 ਬੰਦਿਆਂ ਤੋਂ ਹੁਣ ਇਹਨਾਂ ਨੇ 1.5 ਕਰੋੜ ਰੁਪਏ ਦੀ ਮੰਗ ਕੀਤੀ ਗਈ ਹੈ। ਨਹੀਂ ਤਾਂ ਉਹਨਾਂ ਨੂੰ ਕਹਿੰਦੇ ਵੀ ਸਾਨੂੰ 5 ਕਿੱਲੇ ਜ਼ਮੀਨ ਦੇ ਲਿਖਾ ਕੇ ਦਿਓ, ਨਹੀਂ ਤਾਂ 1.5 ਕਰੋੜ ਰੁਪਈਆ ਜਿਹੜਾ ਉਹ ਸਾਨੂੰ ਦਿੱਤਾ ਜਾਵੇ ਤਾਂ ਅਸੀਂ ਤੁਹਾਡਾ ਅਖਾੜਾ ਛੱਡ ਦੇਵਾਂਗੇ। ਇਹ ਇੱਕ ਥਾਂ ਤੇ ਆਪਣੇ ਉੱਥੇ ਨਵੀਨ ਕੇੜੀਆ ਪਰਿਵਾਰ ਆ ਜਿਨ੍ਹਾਂ ਕੋਲੋਂ ਇਹਨਾਂ ਨੇ 7 ਲੱਖ ਰੁਪਈਆ ਹੁਣੇ ਹੀ ਪਿੱਛੇ ਜੀ ਵਸੂਲ ਕੀਤਾ। ਇਹਨਾਂ ਨੇ ਸਿਕੰਦਰਪੁਰ ਆਪਦੇ ਕੋਠੀ ਪਾਈ ਹੋਈ ਹੈ। ਇਹ ਘਰੋਂ ਕੋਈ ਬੇਘਰ ਨਹੀਂ। ਬਲੈਕਮੇਲਿੰਗ ਦਾ ਜਿਹੜਾ ਪੈਸਾ ਹੈ, ਸਾਹਮਣੇ ਘਰ ਦੇ ਘਰ ਇਹਨਾਂ ਦੇ ਸਿਕੰਦਰਪੁਰ ਬਲਵਿੰਦਰ ਸਿੰਘ ਉਰਫ ਕਾਕਾ ਨਾਮ ਹੈ ਜੀ ਉਹਦਾ। ਉਹਨਾਂ ਕੋਲੋਂ ਉਹਨਾਂ ਦੇ ਖਿਲਾਫ 15 ਤੋਂ 20 ਦਰਖਾਸਤ ਉਹਨਾਂ ਦੇ ਖਿਲਾਫ ਦਿੱਤੀ ਹੋਈ ਹੈ। ਪਿੰਡ ਦੇ ਸਰਪੰਚ ਦੇ ਖਿਲਾਫ ਦਿੱਤੀ ਗਈ ਹੈ, ਪਿੰਡ ਦੇ ਮੈਂਬਰ ਦੇ ਖਿਲਾਫ ਦਿੱਤੀ ਗਈ ਹੈ, ਜਿਨ੍ਹਾਂ ਕੋਲੋਂ ਕਿਸੇ ਤੋਂ 20,000 ਕਿਸੇ ਤੋਂ 50,000 ਐਂ ਕਰਕੇ ਇਹਨਾਂ ਨੇ ਇਹ ਬਲੈਕਮੇਲਿੰਗ ਦਾ ਜਿਹੜਾ ਗਰੋਹ ਚਲਾ ਰੱਖਿਆ। ਇਹ ਬਹੁਤ ਵੱਡਾ ਹਰਿਆਣੇ ਦਾ ਸੈਕਸ ਰੌਕਟ ਗਰੋਹ ਹੈ। ਮੈਰਿਜ ਕਰਾਉਂਦੇ ਆ, ਫਿਰ ਉਹਨਾਂ ਨੂੰ ਮੈਰਿਜ ਦੇ ਝਾਂਸੇ 'ਚ ਫਸਾ ਕੇ ਉਹਨਾਂ ਕੋਲੋਂ ਪੈਸੇ ਦੀ ਡਿਮਾਂਡ ਕਰੀ ਜਾਂਦੀ ਹੈ। ਕੱਲ੍ਹ ਲੇਡੀਜ਼ ਨੇ ਜਦੋਂ ਇੱਥੇ ਆਪਣੇ ਲੋਕ ਚੈਨਲ ਦੇ ਉੱਪਰ ਮੈਂ ਵੀਡੀਓ ਦੇਖੀ, ਬਹੁਤ ਫੇਕ ਵੀਡੀਓ ਪਾਈ ਗਈ ਹੈ। ਇੱਕ ਪੱਖ ਸੁਣ ਕੇ ਮੈਂ ਚੈਨਲ ਵਾਲਿਆਂ ਨੂੰ ਵੀ ਰਿਕੁਐਸਟ ਕਰਦਾ ਵੀ ਇੱਕ ਪੱਖ ਸੁਣ ਕੇ ਤੁਸੀਂ ਕਦੇ ਵੀ ਕਿਸੇ ਦੀ ਵੀਡੀਓ ਉਹਨੂੰ ਨੈੱਟ ਤੇ ਨਾ ਚੜਾਓ, ਤਾਂ ਕਿ ਬੰਦਾ ਮੈਂਟਲੀ ਹਰਾਸਮੈਂਟ ਦੇ ਵਿੱਚ ਕੋਈ ਆਤਮ ਹੱਤਿਆ ਕਰ ਲੇ, ਕੋਈ ਉਹ ਮੈਂਟਲੀ ਟੌਰਚਰ, ਕੋਈ ਬੰਦਾ ਸੁਸਾਈਡ ਕਰ ਜੇ, ਉਹਦਾ ਜ਼ਿੰਮੇਵਾਰ ਦਾ ਕੁਝ ਹਿੱਸਾ ਮੀਡੀਆ ਤੋਂ ਸਟਾਰਟਿੰਗ ਹੋ ਜਾਂਦੀ ਹੈ। ਦੋਨਾਂ ਦਾ ਪੱਖ ਸੁਣੋ। ਵੱਡੇ ਉੱਚ ਅਧਿਕਾਰੀਆਂ ਦੇ ਸਾਹਮਣੇ ਜੋ ਵੀ ਹੈ ਇਹ ਸਾਰਾ ਕੇਸ ਉਹਨਾਂ ਦੇ ਧਿਆਨ 'ਚ ਲਿਆਂਦਾ ਗਿਆ, ਤਾਂ ਕੇਸ ਦੀ ਪੂਰੀ ਤਫਤੀਸ਼ ਕਰਕੇ ਦਾਖਲ ਦਫ਼ਤਰ ਦਰਖਾਸਤਾਂ ਕੀਤੀਆਂ ਗਈਆਂ, ਜਿੰਦੇ ਵਿੱਚ ਕਿ ਮੈਂ ਕਿਸੇ ਪੱਖ ਤੋਂ ਕਿਸੇ ਗੱਲ ਤੋਂ ਕਸੂਰਵਾਰ ਨਹੀਂ ਪਾਇਆ ਗਿਆ। ਇਹਨਾਂ ਦਾ ਬੈਕਗਰਾਉਂਡ ਕੋਰਟ ਦੇ ਵਿੱਚੋਂ ਕਢਾ ਕੇ ਸਾਰਾ ਜੋ ਕੋਰਟ ਕੇਸ ਪ੍ਰੈਜ਼ੈਂਟ ਚੱਲ ਰਿਹਾ, ਸਰਸਾ ਕੋਰਟ ਚੱਲ ਰਿਹਾ, ਹਾਈ ਕੋਰਟ ਚੱਲ ਰਿਹਾ, ਠੀਕ ਹੈ ਜੀ। ਜਿਹੜੇ 1.5 ਕਰੋੜ ਦੀ ਮੰਗ ਕੀਤੀ ਗਈ ਹੈ ਉਹ ਇਹਨਾਂ ਨੇ ਹਾਈ ਕੋਰਟ ਦੇ ਵਿੱਚੋਂ ਉਹਦੀ ਇੱਕ ਪਟੀਸ਼ਨ ਪਾਈ ਹੈ ਦੁਬਾਰਾ ਵੀ ਸਾਨੂੰ ਇਨਸਾਫ ਦਿੱਤਾ ਜਾਵੇ, ਜਦ ਕਿ ਉਹ ਬਲੈਕਮੇਲਿੰਗ ਦਾ ਸਿੱਧਾ ਪਰਚਾ ਕਰਵਾਇਆ ਇਹਨਾਂ ਨੇ। ਉਹੀ ਚੀਜ਼ ਹੁਣ ਮੇਰੇ ਤੇ ਟਾਰਗੇਟ ਕੀਤਾ ਗਿਆ। ਮੈਨੂੰ ਹੁਣ 5 ਲੱਖ ਦੀ ਡਿਮਾਂਡ ਕੀਤੀ ਗਈ ਹੈ। ਮੈਂ ਜਦੋਂ ਇਹਨਾਂ ਦੀ ਡਿਮਾਂਡ ਨੂੰ ਇਗਨੋਰਮੈਂਟ ਕੀਤਾ, ਉਸ ਤੋਂ ਬਾਅਦ ਇਹਨਾਂ ਨੇ ਮੇਰੇ ਤੇ 15 ਤੋਂ 20 ਦਰਖਾਸਤਾਂ ਕੋਰਟ ਕਚਹਿਰੀਆਂ ਦੇ ਵਿੱਚ ਲਾਈਆਂ ਗਈਆਂ, ਅਫਸਰਾਂ ਦੇ ਲਾਈਆਂ ਗਈਆਂ। ਜਦੋਂ ਅਫਸਰਾਂ ਦੇ ਧਿਆਨ 'ਚ ਮੈਂ ਇਹ ਸਾਰੇ ਡਾਕੂਮੈਂਟ ਜਿਹੜੇ ਇਹਨਾਂ ਦੇ ਕੋਰਟ 'ਚ ਫਾਈਲ ਸੀ ਉਹ ਦਿਖਾਏ, ਪਿਛਲੀ ਰਜਿਸਟਰੀ ਦੱਸੀ, ਜਿਹੜਾ ਬਿੰਦਰ ਨਾਂ ਦਾ ਵਿਅਕਤੀ ਹੈ ਉਹਦਾ ਮੋਬਾਈਲ ਨੰਬਰ ਵੀ ਮੇਰੇ ਕੋਲ ਹੈ, ਹੈਂਡ ਫ੍ਰੀ ਤੇ ਮੈਂ ਗੱਲਾਂ ਵੀ ਕਰਵਾਈਆਂ। ਉਸ ਪਿੰਡ ਜਾ ਕੇ ਤੁਸੀਂ ਪਤਾ ਕਰੋ ਇਹਨਾਂ ਦਾ ਕੀ ਪਿੰਡ ਦੇ ਵਿੱਚ ਇਹਨਾਂ ਦਾ ਰਿਕਾਰਡ ਹੈ। ਤਾਂ ਉਸ ਇੱਕ ਵੀ ਪਿੰਡ ਦੇ ਬੰਦੇ ਨੇ ਇਹਨਾਂ ਨਾਲ ਮਿਲ ਵਰਤਨ ਨਹੀਂ ਗਾ, ਬਿਲਕੁਲ ਬੈਡ ਰਿਕਾਰਡ ਹੈ, ਬਲੈਕਮੇਲਿੰਗ ਦਾ ਰਿਕਾਰਡ ਹੈ। ਕੋਈ ਵੀ ਇੱਕ ਵੀ ਪਿੰਡ ਦਾ ਬੰਦਾ ਇਹਨਾਂ ਨਾਲ ਮਿਲ ਵਰਤਨ ਨਹੀਂ ਰੱਖਦਾ ਜੀ। ਇਹਨਾਂ ਦੇ ਖਿਲਾਫ ਕਿਸੇ ਨੇ ਪੁਲਿਸ ਕੰਪਲੇਂਟ ਨਹੀਂ ਕੀਤੀ, ਜਿਸ ਤਰ੍ਹਾਂ ਤੁਸੀਂ ਕਹਿੰਦੇ ਸੈਕਸ ਦਾ ਚਲਾਉਂਦੇ ਆ? ਸਰ ਬਹੁਤ ਸਾਰੀਆਂ ਕੰਪਲੇਂਟਾਂ ਹੋਈਆਂ, ਇਸ ਕਰਕੇ ਇਹ ਸਰਸਾ ਛੱਡ ਕੇ ਬੈਠੇ ਆ, ਇਹ ਭਗੌੜੇ ਆ ਉੱਥੋਂ। ਇਹਨਾਂ ਤੇ ਬਹੁਤ ਸਾਰੀਆਂ ਕੰਪਲੇਂਟਾਂ ਡੀਐਸਪੀ ਉੱਥੋਂ ਦੇ ਡੀਐਸਪੀ ਸਰ ਨੇ ਇਹਨਾਂ ਦੇ ਅਗੇਂਸਟ ਕਾਰਵਾਈ ਕਰਨ ਦੀ ਮੰਗ ਕੀਤੀ, ਜਦ ਕਿ ਇਹਨਾਂ ਨੇ ਉੱਥੇ ਬਹੁਤ ਜ਼ਿਆਦਾ ਜਿਵੇਂ ਇੱਥੇ ਹੰਗਾਮਾ ਕੀਤਾ ਡੀਐਸਪੀ ਸਰ ਦੇ ਮਹਿਲਾ ਥਾਣੇ 'ਚ ਜਾਂ ਸਦਰ ਥਾਣੇ 'ਚ, ਇਹਨਾਂ ਨੇ ਉੱਥੇ ਵੀ ਸੀਸੀਟੀਵੀ ਫੁਟੇਜ ਦੇ ਵਿੱਚ ਵੀ ਸਾਰੀਆਂ ਗੱਲਾਂ ਨੇ। ਇਹਨਾਂ ਨੇ ਇੱਥੇ ਵੀ ਬਹੁਤ ਜ਼ਿਆਦਾ ਹੰਗਾਮਾ ਕੀਤਾ, ਐਵੇਂ ਉੱਥੇ ਹੰਗਾਮਾ ਕਰਦੀਆਂ ਰਹੀਆਂ। ਇਹ ਲੇਡੀਜ਼ ਸਿੱਧਾ ਬਲੈਕਮੇਲਿੰਗ 'ਚ ਬਹੁਤ ਜ਼ਿਆਦਾ ਐਕਸਪਰਟ ਨੇ। ਇਸ ਤੋਂ ਪਹਿਲਾਂ ਇਹਨਾਂ ਨੇ ਬਹੁਤ ਥਾਵਾਂ ਤੋਂ ਬਹੁਤ ਵਿਅਕਤੀਆਂ ਤੋਂ ਪੈਸੇ ਖਾਧੇ ਹੋਏ ਆ, ਜਿਨ੍ਹਾਂ ਨੂੰ ਹੁਣ ਇਹ ਅੱਗੇ ਨਿਊ ਬੰਦਿਆਂ ਨੂੰ ਟਾਰਗੇਟ ਕਰਕੇ ਨਵੀਆਂ ਥਾਵਾਂ ਤੇ, ਨਵੀਂ ਸੁਸਾਇਟੀ, ਨਵੀਂ ਥਾਂ ਤੇ ਇੱਕ ਆਮ ਨਾਗਰਿਕ ਨੂੰ, ਜਿਵੇਂ ਹੁਣ ਮੈਂ ਐਂਬੂਲੈਂਸ ਯੂਨੀਅਨ ਪ੍ਰਧਾਨ ਆ ਜੀ, ਕੰਮ ਕਰ ਰਿਹਾ ਆਪਦੀ ਮਿਹਨਤ ਸਦਕੇ, ਠੀਕ ਹੈ, ਲੋਕਾਂ ਨਾਲ ਜੁੜਿਆ ਹੋਇਆ। ਮੈਨੂੰ ਪਬਲਿਕ ਸਿਟੀ ਜਿਹੜੀ ਮੇਰੀ ਇਮੇਜ ਆ, ਜਿਹੜੀ ਮੇਰੀ ਇਮੇਜ ਖਤਮ ਕੀਤੀ ਗਈ ਆ, ਉਹ ਲੇਡੀਜ਼ ਬਿਲਕੁਲ ਫੇਕ ਨਿਊਜ਼ਾਂ। ਪ੍ਰਸ਼ਾਸਨ ਨੇ ਜਦੋਂ ਜਿਹੜੀ ਕਾਰਵਾਈ ਸੀ ਸਿੱਧੀ ਜੋ ਬਣਦੀ ਸੀ ਉਹੀ ਕੀਤੀ ਹੈ, ਠੀਕ ਹੈ ਜੀ। ਉਹਨੂੰ ਹੁਣ ਮੀਡੀਆ ਦੇ ਥਰੂ, ਮੀਡੀਆ ਦੇ ਅੱਗੇ ਰੱਖ ਕੇ ਕੱਲ੍ਹ ਮੇਰੇ ਤੇ ਇੱਕ ਚਿੱਟੇ ਦਾ ਇਲਜ਼ਾਮ ਲਾਇਆ ਗਿਆ, ਔਰ ਦੂਸਰਾ ਐਂਬੂਲੈਂਸਾਂ ਵਾਸਤੇ ਮਾੜਾ ਚੰਗਾ ਕਿਹਾ ਗਿਆ, ਜਦ ਕਿ ਐਂਬੂਲੈਂਸ ਬਠਿੰਡੇ ਜ਼ਿਲ੍ਹੇ ਦੇ ਵਿੱਚ ਮੇਰੀ ਲਿਸਟ ਦੇ ਹਿਸਾਬ ਨਾਲ 105-10 ਐਂਬੂਲੈਂਸਾਂ ਜੋ ਕਿ ਬਹੁਤ ਵਧੀਆ ਕੰਮ ਕਰ ਰਹੀਆਂ, ਸੇਵਾ ਨਿਭਾ ਰਹੀਆਂ, ਔਰ ਹਰ ਇੱਕ ਐਂਬੂਲੈਂਸ ਦੀ ਸਾਡੇ ਕੋਲ ਲਿਸਟ ਹੈ। ਕੋਈ ਵੀ ਐਵੇਂ ਦਾ ਗੈਰ ਕਾਨੂੰਨੀ ਕੰਮ ਕੋਈ ਐਂਬੂਲੈਂਸ ਨਹੀਂ ਕਰ ਰਹੀ। ਮੇਰੇ ਕੋਲ ਇੱਕ ਕਾਰਡਿੰਗ
ਰਨਿੰਗ ਐਂਬੂਲੈਂਸ ਹੈ ਜਿਹਦੇ ਵਿੱਚ ਮੈਂ ਸੇਵਾ ਦੇ ਵਿੱਚ ਪਾਈ ਹੋਈ ਹੈ। ਜੇ ਕਿਸੇ ਵੀਰ ਸੱਜਣ ਭਰਾ ਕੋਲ ਮੈਂ ਮੀਡੀਆ ਦੇ ਥਰੂ ਫਿਰ ਵੀ ਮੈਸੇਜ ਦੇਣਾ ਚਾਹੁੰਦਾ, ਕਿਸੇ ਵੀ ਸੱਜਣ ਕੋਲ ਪੈਸੇ ਨਹੀਂ ਕਿਤੇ ਆਉਣ ਜਾਣ ਵਾਸਤੇ ਜਾਂ ਵੈਂਟੀਲੇਟਰ ਦੀ ਗੱਡੀ ਚਾਹੀਦੀ, ਕਾਰਡਿੰਗ ਗੱਡੀ ਚਾਹੀਦੀ, ਤਾਂ ਮੈਂ ਬਿਲਕੁਲ ਫ੍ਰੀ ਸੇਵਾ ਨਿਭਾ ਰਿਹਾ ਪਹਿਲਾਂ ਵੀ ਹੁਣ ਵੀ, ਠੀਕ ਹੈ ਜੀ। ਉਹਦੇ ਕੋਲ 1 ਰੁਪਿਆ ਨਹੀਂ ਲਿਆ ਜਾਊਗਾ। ਇਹੋ ਜਿਹੀਆਂ ਲੇਡੀਜ਼ ਮੇਰੀ ਜਿਹੜੀ ਇਮੇਜ ਹੈ ਬਿਲਕੁਲ ਖਰਾਬ ਕਰ ਰਹੀਆਂ। ਤਾਂ ਪਲੀਜ਼ ਮੈਂ ਪ੍ਰਸ਼ਾਸਨ ਅੱਗੋਂ ਅਪੀਲ ਕਰੂੰਗਾ, ਮੰਗ ਕਰੂੰਗਾ ਇਹੋ ਜਿਹੀਆਂ ਲੇਡੀਜ਼ ਤੇ ਜਿਹੜੀ ਕਾਨੂੰਨੀ ਕਾਰਵਾਈ ਬਣਦੀ ਹੈ। ਮੇਰੀ ਇੱਕ ਕੰਪਲੇਂਟ ਬਿਲਕੁਲ ਡੀਐਸਪੀ ਸਰ ਦੇ ਔਰ ਸਦਰ ਥਾਣੇ ਦੇ ਵਿੱਚ ਪਈ ਹੋਈ ਹੈ ਜੀ, ਜਿਹਦੇ ਵਿੱਚ ਮੇਰੇ ਘਰ ਤੋਂ ਸਮਾਨ ਚੋਰੀ ਹੋਇਆ, ਜਿਹਦੇ ਵਿੱਚ ਇੱਕ ਮੇਰੀ 골ਡ ਦੀ ਚੈਨ 1.5 ਤੋਲੇ ਦੀ 골ਡ ਦੀ ਚੈਨ ਹੈ, 5 ਤੋਲੇ ਦਾ ਇੱਕ ਕੜਾ ਹੈ ਜੀ, ਔਰ ਇੱਕ ਘਰ ਦੀ ਰਜਿਸਟਰੀ ਹੈ, ਕੁਝ ਹੋਰ ਜ਼ਰੂਰੀ ਸਮਾਨ ਹੈ ਜੀ ਜਿਹੜਾ ਮੇਰਾ ਗਾਇਬ ਹੈ। ਉਸ ਸੰਬੰਧ ਵਿੱਚ ਮੈਂ ਸਰ ਦੇ ਵੀ ਪੇਸ਼ ਹੋਇਆ, ਡੀਐਸਪੀ ਸਰ ਦੇ ਵੀ ਪੇਸ਼ ਹੋਇਆ, ਔਰ ਸਦਰ ਥਾਣੇ ਐਸਐਚਓ ਸਰ ਦੇ ਵੀ ਧਿਆਨ 'ਚ ਗੱਲ ਲਿਆਂਦੀ ਗਈ ਹੈ ਜੀ। ਉਹਦੇ ਤੇ ਮੈਂ ਅਪੀਲ ਕਰੂੰਗਾ ਵੀ ਇਹ ਲੇਡੀਜ਼ ਨੂੰ ਤਾਂ ਕਿ ਅੱਗੇ ਤੋਂ ਕਿਸੇ ਹੋਰ ਬੰਦੇ ਨੂੰ ਟਾਰਗੇਟ ਨਾ ਕਰ ਸਕਣ, ਉਹਨਾਂ ਤੇ ਸਖਤ ਤੋਂ ਸਹੀ ਜੋ ਕਾਨੂੰਨੀ ਕਾਰਵਾਈ ਬਣਦੀ ਉਹ ਕੀਤੀ ਜਾਵੇ। ਇਹਨਾਂ ਦਾ ਸਰ ਇੱਕ ਹੋਰ ਮੈਸੇਜ ਕਰਨਾ ਚਾਹੁੰਦਾ, ਇਹਨਾਂ ਦਾ ਇੱਕ ਦੀਪਨਗਰ ਦੇ ਵਿੱਚ ਕਲੀਨਿਕ ਹੈ, ਅਗਰਵਾਲ ਕਲੀਨਿਕ ਹੈ, ਜਿੰਮੀ ਨਾਂ ਤੋਂ ਕਲੀਨਿਕ ਇੱਕ ਅੱਡਾ ਬਣਾ ਰੱਖਿਆ ਜਿੱਥੇ ਇਹਨਾਂ ਦੀ ਬਹਿਣ ਦੀ ਠਾਰ ਹੈ। ਇੱਕ ਉੱਥੇ ਉਸ ਗਲੀ ਦੇ ਵਿੱਚ 3/4 ਦੇ ਵਿੱਚ ਇੱਕ ਕੋਠੀ ਹੈ ਜਿਹੜੀ ਕਿ ਬਲੈਕਮੇਲਿੰਗ ਕਰਕੇ, ਪ੍ਰੈਜ਼ੈਂਟ ਬਲੈਕਮੇਲਿੰਗ ਕਰਕੇ 420 ਦਾ ਉਹਦੇ ਤੇ ਕੁਝ ਹੋਰ ਮੁਕੱਦਮੇ ਪਵਾ ਕੇ ਉਹ ਬੰਦਾ ਅੰਦਰ ਕਰਾਇਆ ਗਿਆ। ਉਹਦਾ ਕੋਠੀ ਤੇ ਇਸ ਟਾਈਮ ਕਬਜ਼ਾ ਇਹਨਾਂ ਦਾ, ਪ੍ਰੈਜ਼ੈਂਟ ਇਹ ਲੇਡੀਜ਼ ਉੱਥੇ ਰਹਿ ਰਹੀਆਂ, ਕਬਜ਼ਾ ਕਰਕੇ ਰਹਿ ਰਹੀਆਂ। ਜਿਹੜਾ ਕਲੀਨਿਕ ਹੈ, ਕਲੀਨਿਕ ਦੇ ਵਿੱਚ ਬਹੁਤ ਗਲਤ ਧੰਦੇ ਚੱਲ ਰਹੇ ਆ, ਉੱਥੋਂ ਇਹ ਬੰਦਾ ਟਾਰਗੇਟ ਕਰਦੀਆਂ ਜੋ ਨਸ਼ੀਲੇ ਪਦਾਰਥ, ਗੋਲੀ ਵਗੈਰਾ, ਚਿੱਟਾ ਵਗੈਰਾ, ਨਸ਼ੀਲਾ ਜੋ ਪਦਾਰਥ ਦਾ ਜਿੰਨਾ ਸੇਵਨ ਹੈ ਇਹ ਉੱਥੋਂ ਪ੍ਰੋਵਾਈਡ ਕਰਾਉਂਦੇ ਆ। ਮੇਰੇ ਕੋਲ ਥੋੜ੍ਹੇ ਦਿਨ ਪਹਿਲਾਂ ਮੇਰੇ ਪ੍ਰਧਾਨ ਰਾਹੀਂ ਵੀ ਇੱਕ ਮੈਸੇਜ ਆਇਆ ਸੀਗਾ ਵੀ ਸਾਨੂੰ ਜੇ ਤਾਂ ਕੋਈ ਪਲਾਟ ਵਗੈਰਾ ਜਾਂ ਕੋਈ 5 ਲੱਖ ਰੁਪਏ ਦਾ ਜੋ ਕੈਸ਼ ਹੈ ਜਿਹਦਾ ਸਾਨੂੰ ਪ੍ਰੋਵਾਈਡ ਕਰਾਉਂਦਾ ਤੇ ਅਸੀਂ ਸਾਰੀਆਂ ਕੰਪਲੇਂਟਾਂ ਵਾਪਸ ਲੈਂਦੇ ਆ। ਮੈਂ ਆਪਣੇ ਯੂਨੀਅਨ ਦੇ ਪ੍ਰਧਾਨ ਨੂੰ, ਆਪਦੇ ਮਿੱਤਰਾਂ ਨੂੰ ਇਹ ਕਿਹਾ ਗਿਆ, ਮੈਂ ਕਿਹਾ ਅੱਜ ਮੇਰੇ ਨਾਲ ਹੋ ਰਹੀ ਹੈ, ਕੱਲ ਕਿਸੇ ਹੋਰ ਨਾਲ ਵੀ ਹੋਊਗੀ। ਮੈਂ ਆਪਦਾ ਪੱਖ ਮੀਡੀਆ ਸਾਹਮਣੇ ਰੱਖਣਾ ਚਾਹੁੰਦਾ ਤਾਂ ਕਿ ਹਰ ਇੱਕ ਬੰਦੇ ਨੂੰ ਪਤਾ ਲੱਗੇ ਵੀ ਇਹਨਾਂ ਦਾ ਪਿਛੋਕੜ ਕੀ ਹੈ ਤੇ ਅੱਗੇ ਕਿਵੇਂ ਟਾਰਗੇਟ ਕਰਦੀਆਂ। ਇਹਨਾਂ ਦਾ ਕਿੱਡਾ ਵੱਡਾ ਗਰੋਹ ਹੈ ਹਰਿਆਣੇ ਤੋਂ ਪੰਜਾਬ ਵਿੱਚ। ਜੀ ਸਰ, ਬਹੁਤ ਵੱਡਾ ਧੰਦਾ ਤੋੜ ਰੱਖਿਆ। ਤੁਸੀਂ ਮੇਰਾ ਬੈਕਗਰਾਉਂਡ ਪਤਾ ਕਰਾਓ, ਮੈਂ ਕਬੱਡੀ ਪਲੇਅਰ ਹਾਂ, ਪ੍ਰੈਜ਼ੈਂਟ ਮੇਰਾ ਜਿਮ ਲੱਗ ਰਿਹਾ ਮਲਤਾਨੀਆ ਪੁਲ ਤੇ, ਸਵੇਰੇ ਸ਼ਾਮ ਮੈਂ ਪ੍ਰੈਕਟਿਸ ਲਾਉਣਾ ਔਰ ਆਪਦੀ ਸੇਵਾ ਨਿਭਾ ਰਿਹਾ, ਐਂਬੂਲੈਂਸ ਸੇਵਾ ਨਿਭਾ ਰਿਹਾ। ਜਿੱਥੇ ਵੀ ਕੋਈ ਐਂਬੂਲੈਂਸ ਐਮਰਜੈਂਸੀ ਸੁਵਿਧਾ ਚਾਹੀਦੀ ਹੈ ਮੈਂ ਉੱਥੇ ਹਾਜ਼ਰ ਹੁੰਦਾ। ਜੇ ਕਿਸੇ ਬੰਦੇ ਕੋਲ ਕੋਈ ਲੈਣ ਦੇਣ ਨੂੰ ਨਹੀਂ, ਮੈਂ ਫ੍ਰੀ ਸੇਵਾ ਉਪਲਬਧ ਕਰਵਾਉਣਾ। ਇਹੋ ਜਿਹੀ ਲੇਡੀਜ਼ ਤੋਂ ਪਲੀਜ਼ ਮੈਂ ਰਿਕੁਐਸਟ ਕਰਦਾ ਜਿਹੜੀ ਕਾਨੂੰਨੀ ਕਾਰਵਾਈ ਬਣਦੀ ਸਰ ਇਹਨਾਂ ਤੇ ਕਰਾਈ ਜਾਵੇ। ਗੁਰਮੀਤ ਕੌਰ ਜੀ, ਕੱਲ ਤੁਹਾਡਾ ਮਸਲਾ ਹੋਇਆ ਸੀ, ਜਿਹੜਾ ਵਿਵਾਦ ਹੋਇਆ ਸੀ, ਹਾਂਜੀ, ਉਸ ਨੂੰ ਲੈ ਕੇ ਤੁਹਾਡੇ ਹਸਬੰਡ ਨੇ ਅੱਜ ਪ੍ਰੈਸ ਕਾਨਫਰੰਸ ਕੀਤੀ ਸੀ। ਹਾਂਜੀ, ਉਹਦੇ ਵਿੱਚ ਉਹਨਾਂ ਨੇ ਕਈ ਆਰੋਪ ਲਾਏ ਆ ਤੁਹਾਡੇ ਤੇ। ਹਾਂਜੀ। ਤਾਂ ਉਹਨਾਂ ਨੇ ਇਹ ਕਿਹਾ ਵੀ ਜਿਹੜਾ ਵਿਆਹ ਤੁਹਾਡਾ ਇਹ ਪਹਿਲਾਂ ਹੋਇਆ ਸੀ, ਇਹਦੇ ਬਾਰੇ ਕੀ ਕਹਿਣਾ ਚਾਹੁੰਦੇ? ਨਹੀਂ ਜੀ, ਵਿਆਹ ਨਹੀਂ ਹੋਇਆ ਸੀਗਾ, ਮੇਰੀ ਅੰਗੇਜਮੈਂਟ ਹੋਈ ਸੀਗੀ। ਬਿੰਦਰ ਨਾਮ ਦਾ ਲੜਕਾ ਖੈਰਪੁਰ ਤੋਂ, ਉਹਨਾਂ ਨਾਲ ਜੀ ਅੰਗੇਜਮੈਂਟ ਹੋਈ ਸੀਗੀ। 6 ਮਹੀਨੇ ਦਾ ਟਾਈਮ ਪਾਇਆ ਸੀਗਾ। ਬਾਅਦ 'ਚ ਜੀ ਉਹਨਾਂ ਦਾ ਪਤਾ ਲੱਗਿਆ ਵੀ ਨਸ਼ਾ ਪੱਤਾ ਕਰਦਾ ਸੀਗਾ। ਗੱਲ ਹੁੰਦੀ ਰਹੀ ਹੈ ਸਾਡੀ, ਕਿਉਂਕਿ ਸਾਨੂੰ ਸਿਕੰਦਰਪੁਰ ਪੈਂਦਾ ਸੀ, ਨਾਲ ਸਰਸਾ ਸੀਗਾ, ਕੋਈ ਖਾਸ ਦੂਰ ਨਹੀਂ ਸੀਗਾ। ਠੀਕ ਹੈ, ਸਾਡਾ ਉਹਨਾਂ ਨਾਲ ਪਤਾ ਲੱਗਿਆ ਵੀ ਉਹ ਨਸ਼ਾ ਪੱਤਾ ਕਰਦਾ। ਪੂਰਾ ਵਧੀਆ ਪ੍ਰੋਗਰਾਮ ਕਰਕੇ ਅੰਗੇਜਮੈਂਟ ਹੋਈ ਸੀ। ਉਸ ਤੋਂ ਬਾਅਦ ਜੀ ਅਸੀਂ ਉਹਨਾਂ ਨੂੰ ਮਤਲਬ ਛੱਡ ਕਰਤਾ ਵੀ ਅਸੀਂ ਇਸ ਘਰ 'ਚ ਮਤਲਬ ਨਹੀਂ ਵਿਆਹ ਕਰਨਾਗਾ ਜੀ। ਉਹਨਾਂ ਨਾਲ ਵਿਆਹ ਨਹੀਂ ਕੋਈ ਹੋਇਆਗਾ, ਕੋਈ ਲਿਖਤ ਪ੍ਰੂਫ ਉਹਨਾਂ ਕੋਲ, ਕੋਈ ਮੂਵੀ ਹੈਗੀ ਆ, ਫਿਰ ਤੁਸੀਂ ਦੱਸੋ। ਉਹਨਾਂ ਦੇ ਕਹਿਣ ਨਾਲ ਕੁਝ ਨਹੀਂ ਹੋ ਸਕਦਾਗਾ। ਅੰਗੇਜਮੈਂਟ ਵਾਲੇ ਪ੍ਰੂਫ ਹੋ ਸਕਦੇ ਹੈਗੇ ਆ, ਉਹ ਅੰਗੇਜਮੈਂਟ ਹੀ ਹੋਈ ਸੀਗੀ। ਇੱਕ FIR ਤੁਸੀਂ ਤੁਹਾਡੇ ਵੱਲੋਂ ਹੋਈ ਹੈ, ਇੱਕ ਤੁਹਾਡੀ ਮੰਮੀ ਵੱਲੋਂ ਹੋਈ ਹੈ, ਉਹ ਕਿਹੜੀ FIR ਤੇ ਕਿਉਂ ਹੋਈ ਹੈ, ਕਿਹਦੇ ਤੇ ਹੋਈ ਹੈ? ਹਾਂਜੀ, ਮੈਂ ਜੀ ਨਾਬਾਲਗ ਸੀ ਉਦੋਂ, ਅੱਜ ਤੋਂ 12-13 ਸਾਲ ਪਹਿਲਾਂ ਦੀ ਗੱਲ ਹੈ। ਤੇ ਸਾਡੇ ਪੜੋਸੀ ਆ ਬਲਵਿੰਦਰ ਸਿੰਘ, ਉਹਦਾ ਨਾਮ ਹੈ, ਕਾਕਾ ਕਹਿੰਦੇ ਆ ਉਹਨੂੰ। ਉਹ ਫੀਮ ਪੁੱਕੀ ਦਾ ਕੰਮ ਕਰਦਾ ਹੈਗਾ ਤੇ ਉਹਨਾਂ ਦੇ ਘਰੇ ਮੁੰਡੇ ਆਉਂਦੇ ਸੀਗੇ। ਮਤਲਬ ਅਸੀਂ ਉਹਨਾਂ ਨੂੰ ਬਹੁਤ ਵਾਰ ਵਾਰਨਿੰਗ ਕੀਤੀ ਹੋਈ ਸੀ ਵੀ ਤੁਸੀਂ ਇੱਥੇ ਸਾਡੇ ਦਰਵਾਜ਼ੇ ਅੱਗੇ ਨਾ ਇਹਨਾਂ ਨੂੰ ਨਾ ਖੜਵਾਇਆ ਕਰੋ। ਉਹ ਸੁਣਦੇ ਨਹੀਂ ਸੀ। ਅਸੀਂ ਮਤਲਬ ਪੁਲਿਸ ਵਾਲਿਆਂ ਦਾ ਸਾਥ ਦੇ ਕੇ ਉਹਨਾਂ ਤੇ ਰੇਡ ਪਵਾਈ ਕਾਫੀ ਵਾਰੀ। ਉਹ ਮਤਲਬ ਇਸੇ ਕਰਕੇ ਵੀ ਸਾਡੇ ਤੋਂ ਦੁਸ਼ਮਣੀ ਕਰ ਲਓ, ਕੁਛ ਵੀ ਕਰ ਲਓ, ਉਹਨਾਂ ਨੇ ਮੇਰੇ ਨਾਲ ਜੀ ਹਰਕਤ ਕੀਤੀ। ਇਸ ਕਰਕੇ ਉਹਨਾਂ ਤੇ 354 ਦਾ ਮੁਕੱਦਮਾ ਦਰਜ ਹੋ ਗਿਆ ਸੀਗਾ।
ਮੌਕੇ ਤੇ ਇਨਕੁਆਰੀ ਹੋ ਕੇ। ਉਸ ਤੋਂ ਬਾਅਦ ਜੀ 3 ਸਾਲਾਂ ਬਾਅਦ ਜੀ ਉਹਨਾਂ ਨੇ ਬਦਲਾ ਲਿਆ, ਮੇਰੀ ਮੰਮੀ ਤੇ ਗੱਡੀ ਮਾਰੀ ਇਨੋਵਾ, ਉਹਨਾਂ ਤੇ 307 ਦਾ ਮੁਕੱਦਮਾ ਦਰਜ ਹੁੰਦਾ ਸੀਗਾ। ਉਹ ਆਪਦੇ ਫੈਮਿਲੀ ਵਾਲੇ ਲੈ ਕੇ ਨਾ ਜੀ ਧਰਨਾ ਮਾਰ ਕੇ ਬੈਠ ਗਏ ਵੀ ਇਹਨਾਂ ਦੀ ਪਹਿਲਾਂ ਵੀ ਸੁਣਵਾਈ ਹੋਈ ਹੈ, ਹੁਣ ਵੀ ਮਤਲਬ ਇਹ ਧਰਨਾ ਮਾਰ ਰਹੇ ਨੇ, 307 ਦਾ ਮੁਕੱਦਮਾ ਦਰਜ ਹੋ ਰਿਹਾ ਵੀ ਝੂਠਾ ਆਰੋਪ ਲਗਾ ਰਹੇ ਆ ਸਾਡੇ ਤੇ। ਇਸ ਕਰਕੇ ਉਹਨਾਂ ਨੇ ਡੀਐਸਪੀ ਆਏ ਮੌਕੇ ਤੇ, ਉਹਨਾਂ ਨੇ ਉਹਨਾਂ ਨੂੰ ਸ਼ਾਂਤ ਕੀਤਾ, ਪਰ ਉਹਨਾਂ ਦੀ ਫਿਰ ਵੀ ਨਹੀਂ ਚੱਲੀ ਕਿਉਂਕਿ ਪ੍ਰੂਫ ਸੀਗੇ ਸਾਡੇ ਕੋਲ। ਮੰਮੀ ਮੇਰੀ ਐਡਮਿਟ ਸੀ ਸਿਵਲ ਹਸਪੀਟਲ 'ਚ, ਉਹਨਾਂ ਦੇ ਲੱਤ 'ਚ ਰਾੜ ਪਾਈ ਹੋਈ ਹੈ, ਇਸ ਕਰਕੇ 307 ਉਹਨਾਂ ਤੇ ਲੱਗਦੀ ਸੀਗੀ, ਉਹ ਕਿਸੇ ਹਾਲਤ ਤੇ ਵੀ ਨਹੀਂ ਬਚ ਸਕਦੇ ਸੀਗੇ। ਉਹ 307 ਦਾ ਮੁਕੱਦਮਾ ਤਾਂ ਉਹਨਾਂ ਤੇ ਲੱਗਿਆ ਹੈਗਾ। ਜਿਹੜੀ ਤੁਹਾਡੀ ਮੰਮੀ ਨੇ 376 ਦਾ ਕਰਾਇਆ ਜੀ ਉਹ ਸਾਡਾ ਜ਼ਮੀਨ ਦਾ ਸੀਗਾ ਰੋਲਾ, ਵੀ ਸਾਡੇ ਸ਼ਰੀਕੇ ਨਾਲ ਹੀ ਜ਼ਮੀਨ ਦਾ ਰੋਲਾ ਚੱਲਦਾ ਹੈਗਾ, ਤੇ ਉਸ ਕਰਕੇ ਸਾਨੂੰ ਸਟੇ ਮਿਲਿਆ ਸੀ ਵੀ ਦਾਦੇ ਦੀ ਜਾਇਦਾਦ ਪੋਤਰੇ ਨੂੰ ਮਿਲਣੀ ਚਾਹੀਦੀ ਹੈ। ਜੱਜ ਸੀਗੇ ਮੈਡਮ ਅਲਕਾ ਅਰੋੜਾ, ਉਹਨਾਂ ਨੇ ਜੀ ਸਟੇ ਦਿੱਤਾ ਸੀ ਮੇਰੀ ਮੰਮੀ ਨੂੰ 1 ਸਾਲ ਵਾਸਤੇ। ਸਾਡੇ ਖੇਤ ਦੇ ਵਿੱਚੋਂ ਨਾ ਜੀ ਖਾਲਾ ਜਾਂਦਾ ਸੀਗਾ ਸਾਂਝੇ ਖਾਤੇ ਮੇਰੇ ਚਾਚੇ ਯਾਰਾਂ ਨਾਲ। ਮੇਰੀ ਮੰਮੀ ਨੇ ਕਿਹਾ ਵੀ ਮੈਂ ਖਾਲੇ 'ਚ ਪਾਣੀ ਨਹੀਂ ਟੱਪਣ ਦੇਣਾਗਾ। ਉਹਨਾਂ ਨੇ ਸ਼ਾਮ ਦਾ ਟਾਈਮ ਸੀਗਾ, ਉਹ ਕਮਲ ਰੰਧਾਵਾ ਸ਼ਮਸ਼ਾ ਪੱਟੀ ਤੋਂ ਹੈ ਤੇ ਜੀ ਹੋਰ ਕਾਫੀ ਮਤਲਬ ਗੈਂਗਸਟਰ ਮੁੰਡੇ ਨੇ, ਉਹਨਾਂ ਦਾ ਜੀ ਮਤਲਬ ਉਹਨਾਂ ਨਾਲ ਸੰਬੰਧ ਸੀ। ਉਹਨਾਂ ਨੇ ਉਹਨਾਂ ਨੂੰ ਸੱਦਿਆ, ਨਸ਼ੇ ਦੇ ਧੁੱਤ ਸੀਗੇ। ਮੇਰੀ ਮੰਮੀ ਨੂੰ ਉਹਨਾਂ ਨੇ ਡਾਂਗਾ ਨਾਲ ਕੁੱਟਿਆ ਬਹੁਤ ਜ਼ਿਆਦਾ, ਵੀ ਮੌਤ ਜਿੰਨਾ ਉਹਨਾਂ ਨੇ ਕੀਤਾ ਰੈਸ਼ਮੈਂਟ ਕੀਤਾਗਾ। ਫਿਰ ਮੇਰੀ ਮੰਮੀ ਨੂੰ ਚੱਕ ਕੇ ਲੈ ਗਏ ਸੀਗੇ। ਉਸ ਤੋਂ ਬਾਅਦ ਜੀ ਡੀਐਸਪੀ ਆਏ, ਮੰਮੀ ਦੇ ਬਿਆਨ ਹੋਏ, ਐਡਮਿਟ ਕਰਾਇਆ ਗਿਆ ਉਹਨਾਂ ਨੂੰ ਹਸਪੀਟਲ ਦੇ ਵਿੱਚ, ਤੇ ਡੀਐਸਪੀ ਆਪ ਖੁਦ ਬਿਆਨ ਲੈ ਕੇ ਗਏ। ਉਹਨਾਂ ਦਾ ਮੈਡੀਕਲ ਹੋਇਆ ਜੀ, ਉਹਨਾਂ ਤੇ ਫਿਰ ਜੀ 376 ਲੱਗੀ ਗਈ ਮੁਕੱਦਮਾ। ਉਹ ਸਾਡੇ ਜ਼ਮੀਨ ਦੇ ਮੈਟਰ ਵਿੱਚ ਇਹ ਰੋਲਾ ਹੋਇਆ ਸੀਗਾ, ਤਾਂ ਮੇਰੀ ਮੰਮੀ ਵੱਲੋਂ ਉਸ ਮੁਲਜ਼ਮਾਂ ਤੇ 376 ਲੱਗੀ। ਉਹ ਇਸ ਟਾਈਮ ਚੰਡੀਗੜ੍ਹ ਹਾਈ ਕੋਰਟ 'ਚ ਕੇਸ ਚੱਲ ਰਿਹਾ। ਸਾਨੂੰ ਉਹ ਕਹਿੰਦੇ ਸੀ ਵੀ ਤੁਸੀਂ ਰਾਜੀਨਾਮਾ ਕਰ ਲਓ, ਤੁਹਾਨੂੰ 20 ਲੱਖ ਰੁਪਈਆ ਦੇਵਾਂਗੇ ਅਸੀਂ, ਪਰ ਅਸੀਂ ਕਿਹਾ ਮੇਰੀ ਮੰਮੀ ਦੀ ਇੱਕ ਹੀ ਗੱਲ ਅੱਜ ਤੱਕ ਹੀ ਇਹ ਜਿੱਦ ਹੈ ਵੀ ਮੈਨੂੰ ਮੇਰੇ ਜਵਾਕ ਦੀ ਜ਼ਮੀਨ ਚਾਹੀਦੀ ਹੈ, ਮੈਨੂੰ ਪੈਸਾ ਨਹੀਂ ਚਾਹੀਦਾਗਾ। ਕਿਉਂਕਿ ਮੇਰੇ ਹਸਬੈਂਡ ਬਲਵਿੰਦਰ ਸਿੰਘ ਇਹ ਨਾਲ ਸਮਝੌਤਾ ਕਰਾਉਂਦੇ ਸੀ ਵੀ ਮਾਤਾ 20 ਲੱਖ ਰੁਪਈਆ ਦੇ ਰਹੇ ਨੇ, ਵੀ ਤੂੰ 20 ਲੱਖ ਲੈ ਲਾ, ਚਲ ਸਾਨੂੰ ਵੀ ਦੇ ਦੀ, ਤੁਸੀਂ ਵੀ ਰੱਖ ਲਓ, ਵੀ ਮਤਲਬ ਸਾਲੇ ਦਾ ਵੀ ਵਧੀਆ ਇੰਤਜ਼ਾਮ ਹੋ ਜਾਊਗਾ। ਪਰ ਮੇਰੀ ਮੰਮੀ ਇਸ ਗੱਲ ਤੇ ਮਤਲਬ ਜਮਾ ਨਹੀਂ, ਉਹ ਕਹਿੰਦੀ ਵੀ ਮੇਰਾ ਜ਼ਮੀਨ ਦਾ ਰੌਲਾ, ਇੰਨਾ ਕੁਛ ਹੋ ਗਿਆ। ਮੇਰੇ ਮੁੰਡੇ ਦੀ 1 ਮਰਲਾ 1 ਕਿੱਲਾ 1 ਤੇ 5 ਮਰਲੇ ਜਿਹੜੀ ਜ਼ਮੀਨ ਹੈ ਉਹ ਮੈਨੂੰ ਮਿਲਣੀ ਚਾਹੀਦੀ ਹੈ। ਇਹ ਬਲਵਿੰਦਰ ਹੀ ਕਹਿ ਰਿਹਾ ਸੀ ਵੀ 20 ਲੱਖ 'ਚ ਮੈਂ ਨਿਬੇੜ ਦੇਣਾ, ਕਿਉਂਕਿ ਬਲਵਿੰਦਰ ਉਹ ਸ਼ਮਸ਼ਾ ਪੱਟੀ ਦਾ ਕਮਲ ਹੈ ਤੇ ਮੇਰੇ ਚਾਚਾ ਉਹਨਾਂ ਨੂੰ ਜਾਣਦਾ ਸੀਗਾ। ਇੱਕ ਉਹਨਾਂ ਨੇ ਕਿਹਾ ਵੀ ਤੁਸੀਂ ਸਮਾਨ ਵੀ ਘਰੋਂ ਚੋਰੀ ਕਰਕੇ ਲੈ ਗਏ ਸੀ। ਹਾਂਜੀ, ਉਹ ਮੈਂ ਜੀ ਜਦੋਂ ਨਾ ਮਤਲਬ ਮੇਰੇ ਨਾਲ ਕੁੱਟਮਾਰ ਹੋਈ ਹੈ ਉਸੇ ਦਿਨ ਜੀ ਮੈਂ ਸਦਰ ਥਾਣੇ ਗਈ ਹਾਂ। ਹਫ਼ਤੇ ਬਾਅਦ ਕੌਰ ਸਿੰਘ ਤੇ ਬਿੱਕਰ ਸਿੰਘ ਦੀ ਮਿਲੀ ਭਗਤ, ਜਿਨ੍ਹਾਂ ਦਾ ਮੈਂ ਬਿਆਨ ਵੀ ਦਿੱਤਾ ਹੋਇਆ, ਉਹਨਾਂ ਨੇ ਸਿਖਾ ਕੇ ਉਹਨੂੰ ਵੀ, ਕਿਉਂਕਿ ਉਹ ਰਿਸ਼ਤੇਦਾਰ ਲੱਗਦਾ ਗਾ ਮੇਰੇ, ਜਿਹੜਾ ਹਸਬੈਂਡ ਹੈ ਉਹਨਾਂ ਦਾ ਜਿਹੜਾ ਦੋਸਤ ਹੈ ਨਾ ਉਹਦਾ ਚਾਚਾ ਲੱਗਦਾ ਗਾ, ਸਿਖਾ ਕੇ ਉਹਨਾਂ ਨੇ ਤੇ ਵੀ ਤੂੰ ਨਹੀਂ ਮੰਨਦੀ ਨਾ ਕੁੜੀ ਕਿਸੇ ਗੱਲ ਤੇ ਨਹੀਂ ਆਂਦੀ, ਵੀ ਤੂੰ ਇਹਨਾਂ ਤੇ ਐਲੀਗੇਸ਼ਨ ਲਗਾ ਦੇ। ਵੀ ਦੇਖੋ ਅਸੀਂ ਘਰ ਵਿੱਚ ਮੈਂ ਸੀ, ਮੇਰੇ ਬੱਚੇ, ਮੇਰੇ ਹਸਬੈਂਡ, ਪਹਿਲੀ ਗੱਲ ਤਾਂ ਮੁਕੱਦਮਾ ਬਣਦਾ ਹੀ ਨਹੀਂਗਾ। ਫੈਮਿਲੀ 'ਚ ਲੇਡੀਜ਼ ਕੋਈ ਕੁਝ ਵੀ ਨਹੀਂ ਚੱਕ ਕੇ ਜਾ ਸਕਦੀ ਗੀ। ਜੇ ਤੇ ਚੋਰੀ ਕੀਤੀ ਹੈ ਤੂੰ ਉਸੇ ਦਿਨ ਐਲੀਗੇਸ਼ਨ ਕਿਉਂ ਨਹੀਂ ਲਾ ਰਿਹਾ? ਤੈਨੂੰ ਹਫ਼ਤੇ ਬਾਅਦ ਯਾਦ ਆਇਆ ਮੈਂ ਘਰੋਂ ਚੋਰੀ ਦਾ ਸਮਾਨ ਚੱਕ ਕੇ ਲੈ ਗਈਆਂ। ਇਹ ਕਹਿੰਦਾ ਮੇਰਾ 2.5 ਲੱਖ ਰੁਪਈਆ ਮੇਰਾ ਸੋਨਾ, ਕੋਈ ਰਸੀਦ ਸੋਨੇ ਦੀ, ਇੱਕ ਮੇਰੇ ਨੱਕ ਦੇ ਵਿੱਚ ਕੋਕਾ ਸੋਨੇ ਦਾ, ਸਾਡੇ ਘਰੇ ਅੱਜ ਤੱਕ ਸੋਨਾ ਹੀ ਨਹੀਂ ਦੇਖਿਆ ਸੀ, ਸੋਨਾ ਹੁੰਦਾ ਕੀ ਹੈ। ਐਲੀਗੇਸ਼ਨ ਲਾਉਣ ਨੂੰ ਕੁਝ ਵੀ, ਇਹਨੂੰ ਹਫ਼ਤੇ ਬਾਅਦ ਯਾਦ ਆਇਆ ਮੈਂ ਚੋਰੀ ਕਰਕੇ ਲਗਾਈਆਂ। ਝੂਠੇ ਰੋਪ ਲਗਾ ਰਿਹਾ ਹੈਗਾ, ਕੁਝ ਨਹੀਂ, ਕਿਉਂਕਿ ਹੁਣ ਇਹਨਾਂ ਨੂੰ ਪਤਾ ਵੀ ਮੈਂ ਇਹ ਚਿੱਟਾ ਸ਼ਰੇਆਮ ਵੇਚ ਰਿਹਾ। ਇਹਨਾਂ ਦੇ ਦੋਸਤ ਨੇ, ਠੀਕ ਹੈ ਜੀ, ਉਹ ਵੀ ਚਿੱਟੇ ਦੇ ਆਦੀ ਨੇ, ਉਹਨਾਂ ਤੇ ਵੀ ਮੁਕੱਦਮੇ ਚੱਲ ਰਹੇ ਨੇ। ਗੈਂਗਸਟਰ ਬੰਦਾ ਗਾ ਮੈਂ, ਉਹ ਪ੍ਰੂਫ ਇਕੱਠੇ ਕਰ ਰਹੀ ਹਾਂ। ਡਕੈਤੀ, ਚੋਰੀ ਦੇ 376 ਦੇ 307 ਦੇ ਮੌਕੇ ਤੇ ਮੁਕੱਦਮੇ ਚੱਲ ਰਹੇ ਆ, ਉਹ ਜੀ ਮੈਂ ਸੋਮਵਾਰ ਤੱਕ ਪੇਸ਼ ਕਰਾਂਗੀ। ਉਹਨਾਂ ਨੇ ਕਿਹਾ ਵੀ 5 ਲੱਖ ਰੁਪਈਆ ਵੀ ਤੁਸੀਂ ਮੰਗ ਕੀਤੀ ਉਹਨਾਂ ਕੋਲੋਂ ਵੀ ਮੈਂ ਨਹੀਂ ਜੀ, ਉਹੀ ਗੱਲ ਜੀ, ਕੋਈ ਸਬੂਤ ਵੀ ਹੋਏ ਨਾ, ਕਹਿਣ ਨਾਲ ਤਾਂ ਕੀ ਹੈ, ਕੋਈ ਰਿਕਾਰਡਿੰਗ ਮੈਂ ਉਹਨਾਂ ਕੋਲ 5 ਲੱਖ ਮੰਗ ਰਹੀ ਹਾਂ, ਕੋਈ ਲਿਖਤ ਪ੍ਰੂਫ, ਕੋਈ ਤੀਜਾ ਬੰਦਾ ਵੀ ਜੋ ਕਹੇ ਵੀ ਮੈਨੂੰ ਇਹਨੇ ਵਿੱਚ ਪਾਇਆ ਸੀ ਕਿ ਵੀ ਸਾਡੇ ਕੋਲ 5 ਲੱਖ ਮੰਗਦੀ ਹੈ, ਕਿਸੇ ਦੇ ਕਹਿਣ ਨਾਲ ਤਾਂ ਨਹੀਂ ਕੁਛ ਹੁੰਦਾ। ਨਾਲੇ ਮੈਨੂੰ 5 ਲੱਖ ਨਹੀਂ ਚਾਹੀਦਾ, ਮੈਂ ਸ਼ਰੇਆਮ ਕਹਿ ਰਹੀ ਹਾਂ ਮੇਰੇ ਬੱਚੇ ਨੇ, ਇਹ ਉਹਦੇ ਬੱਚੇ ਸੀਗੇ, ਠੀਕ ਹੈ ਜੀ, ਮੈਨੂੰ ਮੇਰੇ ਬੱਚਿਆਂ ਦਾ ਘਰ ਚਾਹੀਦਾ ਉਹਦੇ ਕੋਲੋਂ। ਉਹ ਘਰ ਹੁਣ ਅਮਨ ਕੌਰ ਨੇ ਵੇਚਣੇ ਲਗਵਾ ਰੱਖਿਆ। ਅਗਰ ਉਹ ਘਰ ਵੇਚਿਆ ਅਮਨ ਕੌਰ ਨੇ ਤਾਂ ਮੈਂ ਉਹਦੇ ਤੇ ਸਖਤ ਤੋਂ ਸਖਤ ਕਾਰਵਾਈ ਕਰੂੰਗੀ, ਕਿਉਂਕਿ ਲੇਡੀ ਦਾ ਕੰਮ ਹੀ ਬਲੈਕਮੇਲ ਕਰਨਾ ਹੈ ਲੋਕਾਂ ਨੂੰ। ਉਹ ਮੇਰੇ ਬੱਚਿਆਂ ਦੀ ਜਾਇਦਾਦ ਹੈ, ਮੈਨੂੰ ਮੇਰੇ ਬੱਚਿਆਂ ਦਾ ਘਰ ਹੀ ਚਾਹੀਦਾ ਹੈਗਾ, ਮੈਨੂੰ ਕੋਈ ਪੈਸਾ ਨਹੀਂ ਚਾਹੀਦਾ। ਉਹਨਾਂ ਨੇ ਇਹ ਵੀ ਕਿਹਾ, ਕਹਿੰਦੇ ਵੀ ਮੇਰੀ ਵਾਈਫ ਦਾ ਜਿਹੜਾ ਚਾਲ ਚੱਲਣ ਉਹ ਠੀਕ ਨਹੀਂ ਹੈ। ਹਾਂਜੀ, ਉਹ ਫਿਰ ਕੋਈ ਪ੍ਰੂਫ ਲਿਆਣ ਜੀ। 7 ਸਾਲਾਂ ਬਾਅਦ ਯਾਦ ਆ ਗਿਆ ਮੇਰੇ ਚਾਲ ਚੱਲਣ ਠੀਕ ਨਹੀਂ ਹੈਗੇ। ਮੇਰੇ ਕੋਲ ਤਾਂ ਵਿਦ ਪ੍ਰੂਫ, ਵਿਦ ਜੀ ਕਾਲ ਡਿਟੇਲਾਂ ਨੇ ਅਮਨ ਕੌਰ ਤੇ ਇਹਨਾਂ ਦੀਆਂ, ਵੀ 2-2 ਘੰਟੇ ਰਾਤ ਦੇ 2 ਤੋਂ 3-3 ਵਜੇ ਤੱਕ ਗੱਲਾਂ ਹੁੰਦੀਆਂ ਸੀ। ਮੇਰਾ ਇੱਕ ਵੀ ਪ੍ਰੂਫ ਲਿਆ ਕੇ ਦਿਖਾਏ। 7 ਸਾਲਾਂ 'ਚ ਇੱਕ ਵੀ ਮੁੰਡਾ, ਇੱਕ ਵੀ ਬੰਦਾ ਇਹ ਕਹਦਾ ਵੀ ਗੁਰਮੀਤ ਕੌਰ ਇਸ ਜਗ੍ਹਾ ਤੇ ਗਲਤ ਸੀਗੀ, ਮੈਂ ਮੇਰੇ ਤੇ ਮੁਕੱਦਮਾ ਦਰਜ ਕਰਾਇਆ, ਮੈਂ ਖੁਦ ਜਾਊਂਗੀ ਵੀ ਮੇਰੇ ਤੇ ਮੁਕੱਦਮਾ ਦਰਜ ਕੀਤਾ ਜਾਏ। ਇੱਕ ਤਾਂ ਦੀਪ ਨਗਰ 'ਚ ਜਿਹੜਾ ਮਕਾਨ ਆ ਉਹਦੀ ਗੱਲ, ਕਬਜ਼ੇ ਦੀ ਗੱਲ ਕਰਦੇ, ਦੂਸਰਾ ਕਹਿੰਦੇ ਵੀ ਉੱਥੇ ਇੱਕ ਦੁਕਾਨ ਆ, ਦੁਕਾਨ ਤੇ ਵੀ ਗਲਤ ਕੰਮ ਹੁੰਦੇ ਆ, ਨਸ਼ਾ। ਉਹ ਮੇਰੇ ਮਾਮਾ ਜੀ ਦੀ ਲੜਕੀ ਹੈਗੀ ਆ, ਜੋ ਮਤਲਬ ਮੇਰੇ ਜਿਨ੍ਹਾਂ ਨੇ ਮੈਨੂੰ ਘਰੇ ਰੱਖ ਰੱਖਿਆ। ਉਹਨਾਂ ਨੇ ਜੀ ਉਹ ਘਰ ਜੇ ਗਹਿਣੇ ਤੇ ਲਿਆ ਸੀ, ਉਹ ਸੀ ਬੈਂਕ ਦੀ ਪ੍ਰਾਪਰਟੀ। 2.5 ਲੱਖ 'ਚ ਉਹਨਾਂ ਨੇ ਗਹਿਣੇ ਲਿਆ ਸੀਗਾ।
ਉਸ ਤੋਂ ਬਾਅਦ ਜੀ ਹੁਣ ਚੱਲ ਰਿਹਾ ਗਿਆ, ਉਹ ਬੈਂਕ ਵਾਲੇ ਕਹਿੰਦੇ ਵੀ ਤੁਸੀਂ ਮੈਡਮ ਉਹ ਕਿਸ਼ਤਾਂ ਨਹੀਂ ਪਾ ਰਹੇ ਤੇ ਤੁਹਾਡੇ ਨਾਮ ਅਸੀਂ ਰਜਿਸਟਰੀ ਕਰ ਦਿੰਦੇ ਆ। ਇਹ ਕਹਿੰਦੇ ਵੀ ਇੰਨੀ ਪ੍ਰਾਪਰਟੀ ਨਹੀਂ ਹੈਗੀ ਜਿੰਨੀ ਤੁਸੀਂ ਮਤਲਬ 20 ਲੱਖ ਦੀ ਡਿਮਾਂਡ ਕਰ ਰਹੇ ਹੋ। ਬੈਂਕ ਵਾਲਿਆਂ ਨੂੰ ਕਿਹਾ ਤੇ ਜਿਹੜਾ ਬੰਦੇ ਦਾ ਮਕਾਨ ਹੈ ਉਹ ਬੰਦਾ ਆਲਰੇਡੀ 420 ਚ ਜੇਲ੍ਹ ਦੇ ਵਿੱਚ ਬੈਠਾ, ਜਿਨ੍ਹਾਂ ਨੇ ਇਹਨਾਂ ਕੋਲ ਮਕਾਨ ਲਿਆ ਸੀਗਾ 2.5 ਲੱਖ ਚ। ਉਹ ਬੰਦਾ ਇਸ ਟਾਈਮ ਜੇਲ੍ਹ ਜਾਂ 420 ਚ, ਕਿਉਂਕਿ ਜਿਹੜੀ ਕੋਟਨ ਫੈਕਟਰੀ ਬਾਬਾ ਦੀਪ ਸਿੰਘ ਨਗਰ ਹੈ ਉੱਥੇ ਉਹਨੇ 420 ਕੀਤੀ ਸੀਗੀ। ਇਹਨਾਂ ਨਾਲ ਵੀ 2.5 ਲੱਖ ਰੁਪਈਆ ਲੈ ਕੇ 420 ਕਰਕੇ ਹੀ ਬੰਦਾ ਗਿਆ। ਸਾਡੇ ਕੋਲ ਵਿਦ ਪ੍ਰੂਫ ਨੇ ਵੀ ਅਸੀਂ ਜੀ ਬਾਈ ਨੇਮ ਲਿਖਿਆ ਹੋਇਆ ਵੀ ਅਸੀਂ 2.5 ਲੱਖ ਰੁਪਏ 'ਚ ਇਹ ਮਕਾਨ ਗਹਿਣੇ ਲਿਆ।